ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਦੇ ਉੱਤੇ ਤੇ ਹੇਮੰਤ ਆਇਲਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਤੇ ਦੇਖੋ ਬਈ ਇੱਕ ਮੈਂ ਵੀਡੀਓ ਪਾਈ ਸੀ ਪਾਈ ਚਾਰਟ ਦੇ ਉੱਤੇ ਤੇ ਉਸ ਤੋਂ ਬਾਅਦ ਮੈਨੂੰ ਬਹੁਤ ਸਾਰੇ ਕਮੈਂਟ ਆਏ ਕਿ ਸਰ ਲਾਈਨ ਗ੍ਰਾਫ ਦੇ ਉੱਤੇ ਵੀ ਇੱਕ ਵੀਡੀਓ ਬਣਾ ਦਿਓ। ਤੇ ਅੱਜ ਉਹੀ ਆਪਾਂ ਲਾਈਨ ਗ੍ਰਾਫ ਟੌਪਿਕ ਲੈ ਕੇ ਆਏ ਆ। ਆਲਿਮ ਸ਼ਾਹ ਨੇ ਜੋ ਪਾਕਿਸਤਾਨ ਤੋਂ ਨੇ ਜਿਨ੍ਹਾਂ ਨੇ ਮਤਲਬ ਕਮੈਂਟ ਕੀਤਾ, ਯਾਰ ਬਹੁਤ ਜ਼ਿਆਦਾ ਮਤਲਬ ਖੁਸ਼ੀ ਹੁੰਦੀ ਹੈ ਕਿ ਵੀਡੀਓ ਮਤਲਬ ਇੰਨੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਮਤਲਬ ਪਾਕਿਸਤਾਨ ਵਿੱਚੋਂ ਵੀ ਮਤਲਬ ਕਿ ਜਿਹੜੇ ਮੇਰੇ ਬ੍ਰਦਰ ਨੇ ਉਹ ਮੈਸੇਜ ਕਰ ਰਹੇ ਨੇ। ਫਿਰ ਉਸ ਤੋਂ ਬਾਅਦ ਇੱਕ ਨਿਸ਼ਚਿਤ ਬਿਆਸ ਉਹਨਾਂ ਨੇ ਵੀ ਕਿਹਾ ਸੀ ਲਾਈਨ ਗ੍ਰਾਫ 'ਤੇ ਵੀਡੀਓ ਬਣਾਓ। ਤੇ ਚਲੋ ਅੱਜ ਫਿਰ ਆਪਾਂ ਟਾਸਕ ਬਣਦਾ ਲਾਈਨ ਗ੍ਰਾਫ 'ਤੇ ਹੀ ਵੀਡੀਓ ਬਣਾਵਾਂਗੇ। ਤੇ ਅੱਜ ਦੇਖੋ ਯਾਰ ਮੈਂ ਜੇ ਇੰਨੀ ਮਿਹਨਤ ਕਰ ਰਿਹਾ ਨਾ ਤਾਂ ਥੋੜੀ ਮਿਹਨਤ ਨੂੰ ਜਾਇਆ ਨਾ ਜਾਣ ਦਿਓ। ਹੁਣ ਦੇਖੋ ਤੁਹਾਡੇ ਕਰਕੇ ਮੈਂ ਪੂਰਾ ਟੌਪਿਕ ਆ ਖੁਦ ਲਿਖ ਕੇ ਤਿਆਰ ਕੀਤਾ ਕਿ ਜਿਹੜਾ ਤੁਹਾਨੂੰ ਸਮਝ ਆ ਜਾਵੇ, ਠੀਕ ਹੈ। ਕੋਈ ਬੁੱਕ ਵਿੱਚੋਂ ਨਹੀਂ ਕਰਵਾ ਰਿਹਾ, ਕਿਸੇ ਵਿੱਚੋਂ ਨਹੀਂ ਕਰਵਾ ਰਿਹਾ, ਮੈਂ ਖੁਦ ਟੌਪਿਕ ਬਣਾਇਆ ਕਿ ਈਜ਼ੀ ਵੇ ਨਾਲ ਤੁਹਾਨੂੰ ਸਮਝ ਆ ਸਕੇ ਕਿ ਕਿਵੇਂ ਹੁੰਦਾ ਆ। ਜਿਵੇਂ ਕਿ ਆਹ ਦੇਖੋ ਅੱਜ ਦਾ ਟੌਪਿਕ ਆਪਾਂ ਲਈਏ, the graph below show the proportion of the population age 65 and over between 1940 and 2014 three different countries ਕਿਹੜੀ ਹੈ USA, ਸਵੀਡਨ ਐਂਡ ਜਾਪਾਨ, ਠੀਕ ਹੈ। ਇਹਦੇ ਵਿੱਚ ਕੀ ਦੱਸਿਆ ਆ ਦੇਖੋ ਪ੍ਰਪੋਰਸ਼ਨ ਮੀਨਸ ਪ੍ਰਪੋਰਸ਼ਨ ਆਫ ਪੋਪੂਲੇਸ਼ਨ, ਪ੍ਰਪੋਰਸ਼ਨ ਮੀਨ ਪਰਸੈਂਟੇਜ ਆਫ ਪੋਪੂਲੇਸ਼ਨ ਏਜ 65 ਈਅਰ ਐਂਡ ਓਵਰ 30 25 20 15 10 5 ਔਰ ਇੱਧਰ ਦੇਖੋ ਜਿਹੜੀ ਗੂੜੀ ਵਾਲੀ ਲਾਈਨ ਆ ਸਾਡੀ, ਠੀਕ ਹੈ, ਉਹ ਹੈਗੀ USA, ਸਵੀਡਨ ਹੈਗੀ ਆ ਸਾਡੀ ਆ ਫਿੱਕੀ ਜੀ, ਤੇ ਜਾਪਾਨ ਜਿਹੜੀ ਹੈਗੀ ਆ ਸਾਡੀ ਲਾਸਟ ਵਨ, ਠੀਕ ਹੈ। ਇਹਨੂੰ ਆਪਾਂ ਕਹਿ ਦਾਂਗੇ USA, ਇਹਨੂੰ ਆਪਾਂ ਕਹਿ ਦਾਂਗੇ ਸਵੀਡਨ ਐਂਡ ਲਾਸਟ ਵਨ ਜਾਪਾਨ। ਜਾਂ ਥੋੜੀ ਨੋਇਜ਼ ਵਿੱਚ ਆਊਗੀ ਤੁਹਾਨੂੰ ਤਾਂ ਕਿਉਂਕਿ ਕੰਮ ਲੱਗਾ ਪਿਆ ਹੈ ਤੇ ਠੀਕ ਹੈ, ਥੋੜੀ ਡਿਸਟਰਬੈਂਸ ਹੋ ਸਕਦੀ ਹੈ, ਉਹਦੇ ਲਈ ਸੌਰੀ। ਤੋ ਚਲੋ ਫਿਰ ਆਪਾਂ ਇਹਨੂੰ ਟੌਪਿਕ ਨੂੰ ਸ਼ੁਰੂ ਕਰਦੇ ਹਾਂ। ਦੇਖੋ ਯਾਰ ਇਹਦੇ ਵਿੱਚ ਕੁਛ ਨਹੀਂ, ਉਹ ਬਹੁਤ ਈਜ਼ੀ ਟੌਪਿਕ ਆ। ਲਾਈਨ ਜੇ ਕੋਈ ਟਾਸਕ ਵਨ ਵਿੱਚ ਸਾਰੇ ਬੈਂਡ ਤੁਹਾਡੇ ਹੱਥ ਵਿੱਚ ਹੁੰਦੇ ਆ, ਇਹਦੇ ਵਿੱਚ ਨਾ ਲਾਈਨ ਇਹਦੇ ਵਿੱਚ ਡਰਨ ਦੀ ਕੋਈ ਲੋੜ ਨਹੀਂ ਹੁੰਦੀ ਯਾਰ। ਆਪਾਂ ਟਾਸਕ ਵਨ ਵਿੱਚ ਉਹੀ ਚੀਜ਼ ਲਿਖਣੀ ਆ ਜੋ ਸਾਨੂੰ ਡਾਇਗਰਾਮ ਵਿੱਚ ਦਿਖ ਰਹੀ ਆ, ਠੀਕ ਹੈ। ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਟਾਸਕ ਵਨ ਦੀ, ਜੇ ਤੁਸੀਂ ਉਹ ਨਹੀਂ ਦੇਖਿਆ ਉਹ ਜ਼ਰੂਰ ਵੀਡੀਓ ਦੇਖੋ। ਇੱਥੇ ਸੀ ਦੇ ਉੱਪਰ ਆ ਰਹੀ ਹੋਣੀ ਆ ਟਾਸਕ ਵਨ ਦੀ ਇੱਕ ਵੀਡੀਓ, ਉਹਨੂੰ ਜ਼ਰੂਰ ਦੇਖ ਲਿਓ, ਉਸ ਤੋਂ ਬਾਅਦ ਹੀ ਇਹ ਵੀਡੀਓ ਦੇ ਉੱਤੇ ਆ ਜਾਓ, ਠੀਕ ਹੈ। ਫਿਰ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ। ਹੁਣ ਦੇਖੋ ਇਹਨੂੰ ਲਿਖਣਾ ਕਿਵੇਂ ਆ, ਦਾ ਗ੍ਰਾਫ, ਇਹਨੂੰ ਆਪਾਂ ਕਿਵੇਂ ਲਿਖਣਾ ਇੰਟਰੋਡਕਸ਼ਨ ਨੂੰ। ਦੀ ਤੁਹਾਡੇ ਕਰਕੇ ਮੈਂ ਬੜਿਆਂ 'ਚ ਲਿਖੂੰਗਾ, ਠੀਕ ਹੈ। ਦੀ ਲਾਈਨ ਗ੍ਰਾਫ ਇਲਸਟ੍ਰੇਟਸ, ਦੇਖੋ ਐਸ ਲਗਾਈ ਹੈ, ਗ੍ਰਾਫ ਇੱਕ ਆ ਨਾ ਤਾਂ ਕਰਕੇ ਐਸ ਲਗਾਈ। ਜੇ ਦੋ ਇਹਦੇ ਤੇ ਗ੍ਰਾਫਸ ਫਿਰ ਇੱਥੇ ਐਸ ਨਹੀਂ ਲੱਗਣੀ ਸੀ, ਠੀਕ ਹੈ। ਇਲਸਟ੍ਰੇਟ ਦੀ, ਇੱਥੇ ਪ੍ਰਪੋਰਸ਼ਨ ਦਿੱਤਾ ਹੈ ਨਾ, ਠੀਕ ਹੈ। ਆਪਾਂ ਕੀ ਲਿਖਣਾ ਪਰਸੈਂਟੇਜ, ਪਰਸੈਂਟੇਜ ਆਫ ਦੀ ਪੋਪੂਲੇਸ਼ਨ ਆਪਾਂ ਕੀ ਲਿਖ ਦੇਵਾਂਗੇ ਉੱਥੇ ਤੇ ਸਿਟੀਜ਼ਨ। ਇਵੇਂ ਬੱਚਿਆਂ ਵਾਂਗੂ ਯਾਰ ਤੁਹਾਨੂੰ ਕੋਈ ਨਹੀਂ ਸਿਖਾਉਣ ਲੱਗਾ। ਇੰਸਟੀਚਿਊਟ ਵੀ ਤੁਹਾਨੂੰ ਪਤਾ ਕੀ ਕਰਦੇ ਨੇ, ਸੈਂਟਰ ਵਿੱਚ ਬਿਠਾ ਦਿੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਕਹਿੰਦੇ ਨੇ ਬਈ ਆਪਣਾ ਕੰਮ ਕਰੀ ਜਾਓ, ਠੀਕ ਹੈ। ਤੇ ਜਦੋਂ ਹੋ ਗਿਆ ਫਿਰ ਅਗਲਾ ਟਾਸਕ ਫੜਾ ਦਿੰਦੇ ਆ, ਲਿਸਨਿੰਗ ਫੜਾ ਦਿੰਦੇ, ਰੀਡਿੰਗ ਫੜਾ ਦਿੰਦੇ, ਠੀਕ ਹੈ ਨਾ। ਤੇ ਇਵੇਂ ਬੱਚਿਆਂ ਵਾਂਗ ਤੁਹਾਨੂੰ ਕੋਈ ਨਹੀਂ ਸਿਖਾਉਣ ਲੱਗਾ। ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਬੈਂਡ ਸਕੋਰ ਇੰਕਰੀਜ਼ ਹੋਣ ਤਾਂ ਮਤਲਬ ਵੀਡੀਓ ਨੂੰ ਪੂਰਾ ਦੇਖ ਕੇ ਕਰੀ ਸਮਝ ਲਿਆ ਕਰੋ, ਠੀਕ ਹੈ। ਏਜਡ 65 ਆ ਦੇਖੋ 65 ਔਰ above in three different countries, ਆਪਾਂ ਲਿਖਣਾ different ਲਿਖ ਦੇਣਾ various countries ਆ। ਕੰਟਰੀ ਦਾ ਆਪਾਂ ਸਿਨੋਨਿਮ ਯੂਜ਼ ਕਰ ਲੈਣਾ nations from ਕਦੋਂ ਤੋਂ ਲੈ ਕੇ ਕਦੋਂ ਤੱਕ 1940 to 2040। ਦੇਖੋ 3 ਡਿਫਰੈਂਟ ਨੇਸ਼ਨਸ ਆਪਾਂ ਇੱਥੇ ਲਿਖ ਸਕਦੇ, ਜਿਹਨੂੰ ਹੋਰ ਆਪਾਂ ਬੜਾ ਕਰਨਾ ਸੀ ਲਿਖ ਸਕਦੇ ਸੀਗੇ। ਇੱਥੇ ਮੈਂ ਐਡ ਕਰਵਾ ਰਿਹਾ, ਠੀਕ ਆ। ਇੱਥੇ ਆਪਾਂ ਇੱਦਾਂ ਸਟਾਰ ਕਰਕੇ ਐਡ ਕਰਵਾ ਰਹੇ ਹਾਂ। ਫਿਰ ਆਪਾਂ ਇੱਥੇ ਲਿਖ ਸਕਦੇ ਸੀ ਨੇਮਲੀ USA, ਸਵੀਡਨ, ਆਈ ਥਿੰਕ ਸੋ ਸਵੀਡਨ ਐਂਡ ਜਾਪਾਨ। ਫਿਰ ਲਿਖਿਆ ਫਰੋਮ 19 to 20। ਇਹ ਚੀਜ਼ ਆਪਾਂ ਇੱਥੇ ਐਡ ਕਰ ਸਕਦੇ ਸੀ, ਠੀਕ ਹੈ। ਵੈਸੇ ਤੁਹਾਨੂੰ ਦੱਸ ਰਿਹਾ। ਹੁਣ ਅੱਗੇ ਕੀ ਲਾਈਨ ਲਿਖਾਂਗੇ ਜਿਹੜੀ ਤੁਹਾਨੂੰ ਪਤਾ ਹੀ ਆ, ਦੀ ਡਾਟਾ
हैज़ बीन कैलिब्रेटेड इन परसेंटेज। लिखण की लोड़ नहीं, पर मैं कहना कि जी लिखोगे ताड़ी थोड़ी बड़ी हो जूगी इंट्रोडक्शन पार्ट। ठीक है, देखो ये तो बिल्कुल सिंपल सी, समझ आ गई सारे नूं, आनी चाहिए है। ठीक है ना, चलो अगे आप हम शुरू करना BP1। लाइनां ज़्यादा मेरिया रट्टे वालियां। एट दी, ਤੁਹਾਡੇ करके मैं कैपिटल च लिख रहा, तुसीं मैं कैपिटल च ना लिख के आयो किते। ठीक है ना, फर्स्ट ग्लैंस। ठीक है, उस तो बाद कोमा, इट कैन बी ऑब्जर्व्ड दैट, देखो इट कैन बी ऑब्जर्व दैट, उस तो की लिखना, अपनी डायग्राम ते आ जाओ। इन 1940, देखो ये आप पास्ट यूज़ करना आ इत्थे तक। ठीक है, इत्थे तक पास्ट, इत्थे अगे फ्यूचर आ जाना। ठीक है, ये चीज़ दिमाग च रखियो, अपने जरूर दिमाग च रखियो। इन 1940 देयर वर ए हायर परसेंटेज ऑफ ओल्डर पीपल लिविंग इन USA विच की सीगा, ओल्डर पीपलों की जिहड़ी सीगी हायर सी परसेंटेज। आ देखो ज़्यादा है ना, मीनस लगा लो 0.5, जस्ट बिलो आप कह देंगे 10%। ठीक है, हुण इत्थे उही लिखांगे, इन 1940 देयर वर ए हायर percentage of older people living in the USA, just below 10%। ठीक है, जस्ट बिलो 10%। फिर उस तो बाद केड़ा आ, स्वीडन है ना। फिर आप लिखांगे दैन स्वीडन अराउंड कितना आ, 5, 6, 7, अराउंड 7%। इट वाज, आप लिखांगे अराउंड 7%। की लिखांगे, दैन स्वीडन अराउंड 7%। फिर आप लिखांगे लास्ट है क्या, जापान फॉलोड बाय। ठीक है, फिर लिखांगे 7%। इट वाज देन, THE ना देन। ठीक है, स्पेलिंग गलत लिख रहा मैं, फॉलोड बाय जापान विद ओनली 5%। देखो फॉलोड बाय, ठीक है, हायर। ठीक है, हुण तुसीं कहोगे कि ये किवें चीज़ां आ रही, तुसीं ये चीज़ां मैनूं लगदा देखिया नहीं, पहली वीडियो विच नहीं देखिया, तो उन्होंने देखो। तुहाडे लई मैं इत्थे लिख रहा हाँ, BP1 आपां बाद च कंप्लीट करांगे अद्धा। इत्थे मैं तुहाडे लई लिख रहा जिहड़े लाइन ग्राफ्स चीज़ां दिमाग च रखणियां, जो लाइन ग्राफ आवे वो जरूर यूज़ करनी, GRAPH ग्राफ जरूर यूज़ करनी। फर्स्ट वन फ्लक्चुएटिंग ट्रेंड, zigzag trend। second one inclining trend, increasing trend। third one declining trend, decreasing trend। fourth one gradual increase, decrease
sudden, drastically, and dramatically। सिक्स्थ, ਇਹ ਆਪਾਂ ਲਾਈਨ ਗ੍ਰਾਫ 'ਚ ਹਮੇਸ਼ਾ ਯੂਜ਼ ਕਰਨੀ ਆ, ਇਹ ਵਾਲੀਆਂ ਮੈਂ ਦੱਸੂਗਾ ਕਿਵੇਂ ਕਰਨੀ ਆ। ਕੌਨਸਟੈਂਟ, STAGNANT, ਸਟੈਗਨੈਂਟ ਕਹਿ ਦਿੰਦੇ ਆ, ਔਰ ਇੱਕ ਹੁੰਦਾ ਰਿਮੇਨਡ, ਰੱਟਾ ਲਗਾ ਲਓ ਇਹਨੂੰ ਵੀਰੋ, ਠੀਕ ਹੈ, ਰੱਟਾ ਲਗਾ ਲਓ, ਰਿਮੇਨ ਅਨਚੇਂਜ। ਲਾਸਟ ਵਨ ਹੁੰਦਾ ਇੱਕ ਪੀਕ ਪੁਆਇੰਟ ਔਰ ਸਕਾਈ ਰੌਕਟਡ। ਸਪੈਲਿੰਗ ਦੇਖ ਲਓ ਯਾਰ, ਥੋੜਾ ਗਲਤ ਨਾ ਹੋਣ, ਠੀਕ ਹੈ। ਇਹ ਵਾਲੀ ਚੀਜ਼ ਆਪਾਂ ਯੂਜ਼ ਕਰਨੀ ਆ। ਫਲਕਚੁਏਟਿੰਗ ਟ੍ਰੈਂਡ, ਜ਼ਿਗਜ਼ੈਗ ਟ੍ਰੈਂਡ ਮੀਨ ਜੇ ਲਾਈਨ ਤੁਹਾਡੀ ਇੱਦਾਂ ਜਾ ਰਹੀ ਹੈ ਨਾ, ਲਾਈਨ ਗ੍ਰਾਫ 'ਚੋਂ ਮੈਂ ਕਹਾਂ ਇਟ ਵਾਜ਼ ਇਨ ਫਲਕਚੁਏਟਿੰਗ ਟ੍ਰੈਂਡ। ਇਨਕਲਾਈਨ ਮਤਲਬ ਜੇ ਇੱਕਦਮ ਵੱਧ ਰਹੀ ਆ, ਇਨਕਲਾਈਨਿੰਗ ਟ੍ਰੈਂਡ, ਇਨਕਰੀਜ਼ਿੰਗ ਟ੍ਰੈਂਡ, ਠੀਕ ਹੈ। ਡਿਕਲਾਈਨ ਜੇ ਘਟ ਰਹੀ ਆ, ਗ੍ਰੈਜੂਅਲ ਇਨਕਰੀਜ਼ ਮਤਲਬ ਹੌਲੀ ਤਾਂ ਨਹੀਂ ਇਨਕਰੀਜ਼ ਹੋ ਰਹੀ ਆ, ਉਹਨੂੰ ਕਹਾਂਗੇ ਗ੍ਰੈਜੂਅਲ ਇਨਕਰੀਜ਼ ਤੇ ਡਿਕਰੀਜ਼। ਸਡਨ ਇੱਕਦਮ ਹੀ ਹੋ ਗਈ। ਡਰਾਸਟਿਕਲੀ ਮੀਨਸ ਹੁੰਦਾ ਆ, ਆਪਾਂ ਕਹਿੰਦੇ ਕਾਫੀ, ਮਤਲਬ ਡਰਾਮੈਟਿਕਲੀ ਹੁੰਦਾ ਨਾਟਕੀਏ ਤੌਰ 'ਤੇ, ਅਤੇ ਡਰਾਸਟਿਕਲੀ ਮਤਲਬ ਕਾਫੀ, ਠੀਕ ਹੈ। ਕੌਨਸਟੈਂਟ ਜਿਹੜੀ ਚੇਂਜ ਨਹੀਂ, ਸਟੈਗਨੈਂਟ ਇਹ ਵੀ ਚੇਂਜ ਨਹੀਂ, ਰਿਮੇਨ ਚ ਜਿਹੜੀ ਸੇਮ ਹੀ ਚੱਲ ਰਹੀ ਆ ਸਾਡੀ ਲਾਈਨ, ਠੀਕ ਆ। ਪੀਕ ਪੁਆਇੰਟ ਜਿਹੜਾ ਇੱਕਦਮ ਜਾ ਕੇ ਤਾਂ ਟੌਪ 'ਤੇ ਤੁਹਾਡੇ ਚਲ ਗਈ, ਉਹ ਪੀਕ ਪੁਆਇੰਟ ਵਾਲਾ ਸਕਾਈ ਰੌਕਟਡ ਔਰ ਪੀਕ ਪੁਆਇੰਟ, ਠੀਕ ਆ। ਹੁਣ ਆਪਾਂ ਦੇਖੋ ਕਿੱਥੇ ਸੀ, ਇਹ ਚੀਜ਼ ਸਮਝ ਆ ਗਈ, ਰੱਟਾ ਲਗਾ ਲਓ, ਰੱਟਾ ਲਗਾ ਲਓ, ਇਸ ਚੀਜ਼ ਨੂੰ ਲਿਖ ਲਓ, ਸਮਝ ਆ ਗਈ। ਹੁਣ ਫੋਲੋਡ ਬਾਏ ਜਾਪਾਨ ਓਨਲੀ 5%, ਸਾਡਾ ਜਾਪਾਨ ਵੀ ਕੰਪਲੀਟ ਹੋ ਗਿਆ। ਹੁਣ ਅੱਗੇ ਜਾਵਾਂਗੇ USA ਫੇਰ ਦੁਬਾਰਾ ਇਹਦੇ ਵਿੱਚ, ਠੀਕ ਆ। ਇੱਥੇ ਨੈਕਸਟ ਪੇਜ 'ਤੇ ਆ ਜਾਂਦੇ ਹਾਂ, ਚਲੋ USA 'ਤੇ ਆ ਜਾਂਦੇ। ਸੌਰੀ ਯਾਰ, ਲਾਈਟ ਰਿਫਲੈਕਸ਼ਨ ਹੋ ਰਹੀ ਆ, ਠੀਕ ਆ, ਸੂਰਜ ਦੀ ਲਾਈਟ ਪੈ ਰਹੀ ਆ, ਉਹਦੇ ਲਈ ਸੌਰੀ, ਠੀਕ ਹੈ। ਹੁਣ ਆਪਾਂ ਕਹਾਂਗੇ ਇਨ USA ਕੀ ਸੀਗਾ, देयर वाज ए इंक्रीजिंग ट्रेंड USA, ठीक है। हाँ देखो आ गया ना, इन USA देयर वाज एन इंक्रीजिंग ट्रेंड in the proportion of elderly people from 1940 to 1980 and ਤੁਹਾਨੂੰ ਮੈਂ ਅੱਗੇ ਸਮਝਾ ਦੂੰਗਾ ਬਾਅਦ 'ਚ, DECREASED decreased SLIGH slightly, ਠੀਕ ਹੈ। ਹੁਣ ਮੈਂ ਤੁਹਾਨੂੰ ਦੱਸਦਾ, USA देयर वाज एन इंक्रीजिंग ट्रेंड, USA ਵਿੱਚ ਇੰਕਰੀਜ਼ ਟ੍ਰੈਂਡ ਸੀਗਾ, ਦੇਖੋ ਇੱਥੋਂ ਲੈ ਕੇ ਇੰਕਰੀਜ਼ਿੰਗ ਟ੍ਰੈਂਡ ਵਿੱਚ ਜਾ ਰਿਹਾ ਹੈ, ਹੈ ਨਾ। ਇੰਕਰੀਜ਼ਿੰਗ ਟ੍ਰੈਂਡ ਫਰੋਮ 1940 ਤੋਂ ਲੈ ਕੇ 1980, 1940 ਤੋਂ ਲੈ ਕੇ ਇੰਕਰੀਜ਼ਿੰਗ ਜਾ ਰਿਹਾ ਨਾ, ਦੇਖੋ 80 ਤੱਕ, ਆਹ ਦੇਖੋ 80 ਤੱਕ ਸਾਡਾ ਇੰਕਰੀਜ਼ਿੰਗ ਟ੍ਰੈਂਡ 'ਚ ਜਾ ਰਿਹਾ, ਠੀਕ ਆ। ਐਂਡ ਡਿਕਰੀਜ਼ਿੰਗ ਸਲਾਈਟਲੀ, ਇਸ ਤੋਂ ਬਾਅਦ ਫਿਰ ਡਿਕਰੀਜ਼ ਹੋਇਆ ਸੀ, ਸਲਾਈਟਲੀ ਡਿਕਰੀਜ਼ ਹੋਇਆ, ਫਿਰ ਸਲਾਈਟਲੀ ਮਤਲਬ ਹਲਕਾ ਜਿਹਾ ਡਿਕਰੀਜ਼ ਹੋਇਆ ਫਿਰ ਉਸ ਤੋਂ ਬਾਅਦ, ਸਮਝ ਆਇਆ। ਇਹ ਲਿਖਣ ਦੀ ਲੋੜ ਨਹੀਂ, ਜੇ ਤੁਸੀਂ ਇਹ ਨਹੀਂ ਵੀ ਲਿਖੋਗੇ ਤਾਂ ਵੀ ਚੱਲੂਗਾ ਸਾਡਾ, ਠੀਕ ਹੈ। ਹੋ ਗਿਆ, ਤੁਹਾਨੂੰ ਇੰਨਾ ਸਮਝ ਆ ਗਿਆ। ਉਸ ਤੋਂ ਅੱਗੇ ਆਪਾਂ ਦੱਸਾਂਗੇ ਅਗਲੀ ਲਾਈਨ ਵਿੱਚ ਤੁਸੀਂ ਨਾ ਮੋਰ ਓਵਰ ਯੂਜ਼ ਕਰ ਸਕਦੇ ਹੋ, ਹਾਊ ਐਵਰ, ਮੈਂ ਹਾਊ ਐਵਰ ਯੂਜ਼ ਕਰਾਂਗਾ, ਹਾਊ ਐਵਰ, ਓਕੇ, ਹਾਊ ਐਵਰ। ਹੁਣ ਸਵੀਡਨ, ਹਾਊ ਐਵਰ ਸਵੀਡਨ 'ਤੇ ਆਉਂਦੇ ਹਾਂ ਆਪਾਂ, ਹੋਰ 2 ਮਿੰਟ ਇੱਕ ਚੀਜ਼ ਹੋਰ ਦੇਖ ਲਈਏ, ਓਕੇ। ਹਾਊਐਵਰ ਏ ਸਿਮਿਲਰ ਪੈਟਰਨ, ਸੌਰੀ ਕੈਪੀਟਲ 'ਚ ਲਿਖ ਦਿੰਦਾ, ਕੈਨ ਆਲਸੋ ਬੀ
observed for the result obtained in Sweden। ठीक है, ਇਹਦਾ ਕੀ ਲਿਖਾਂਗੇ? ਆ ਦੇਖੋ ਸਵੀਡਨ ਵਿੱਚ ਵੀ ਸੇਮ ਹੀ ਰਿਜ਼ਲਟ ਆ ਨਾ obtained ਹੋ ਰਿਹਾ ਜਿਵੇਂ ਉਹਦੇ ਵਿੱਚ ਜਾ ਰਿਹਾ, ਮਤਲਬ ਕਿ observed from similar pattern ਹੋ ਰਿਹਾ ਹੈ, ਆਲਸੋ ਕੈਨ ਬੀ observed ਹੋ ਰਿਹਾ ਸਿਮਿਲਰ, ਮਤਲਬ ਕਿ ਉਹਦੇ ਨਾਲ ਦਾ ਸਿਮਿਲਰ ਪੈਟਰਨ ਹੀ observed ਹੋ ਰਿਹਾ। ਠੀਕ ਆ, ਆਪਣੇ USA ਦੇ ਨਾਲ ਦਾ। ਠੀਕ ਹੈ, ਸਵੀਡਨ ਵਿੱਚ ਕੀ ਲਿਖਾਂਗੇ? ਦੀ ਪਰਸੈਂਟੇਜ ਆਫ 올ਡਰ ਪੀਪਲ ਕਿੱਥੋਂ ਲੈ ਕੇ ਕਿੰਨੀ ਵਧੀ ਆ? 1940 ਤੋਂ ਲੈ ਕੇ 2040 ਤੱਕ। ਠੀਕ ਹੈ, ਓਕੇ। ਹੁਣ ਅੱਗੇ ਦੇਖੋ ਮੈਂ ਕੀ ਲਿਖਣਾ। ਸਵੀਡਨ ਦੀ percentage of older people increase from 1940 to 2040 with two gradual decrease from किन्ने तुसी 1980 to 1990 and from अगला किन्ना सी? और अगला ड्रॉप कितने होया सीगा साडा 2000 2000। अगला ड्रॉप देखो ਸਵੀਡਨ ਦਾ ਸਾਡਾ ਕਿੱਥੇ ਹੋਇਆ ਸੀ? ਇੱਕ ਤਾਂ ਸਾਡਾ ਡ੍ਰੌਪ ਹੋਇਆ ਸੀ, ਆਪਾਂ ਦੋ ਡ੍ਰੌਪ ਲਿਖਣੇ, ਇੱਕ 1980 ਟੂ 1990। ਇਹਦੇ ਵਿੱਚ ਆ ਦੇਖੋ ਇੱਥੇ ਡ੍ਰੌਪ ਹੋ ਗਏ ਨਾ ਸਾਡੇ। ਠੀਕ ਹੈ, ਅਗਲਾ ਹੋਇਆ ਸੀ ਸਾਡਾ 2010 ਲਾਓ, 20 ਨਹੀਂ 10 ਇੱਥੇ 2010 ਤੇ 2000 ਆਪਣੇ ਲੋ 25 ਲਗਾ ਸਕਦੇ। ਠੀਕ ਆ, 2010 टू 2025। ठीक है, आ साडा हो गया BP1 ਜਿਹੜਾ ਕੰਪਲੀਟ। लास्ट रह गया, ਆਪਾਂ ਦੋਨਾਂ ਨੂੰ ਕਰਤਾ जापान रह गया साडा, जापान रह गया लेफ्ट। ठीक है, ठीक है, जापान लेफ्ट रह गया। ਹੁਣ ਆਪਾਂ ਆਵਾਂਗੇ ਥੋੜਾ ਜਿਹਾ ਜ਼ੂਮ ਕਰ ਦਈਏ ਯਾਰ, ਲਾਈਟ ਦੀ ਪ੍ਰੋਬਲਮ ਆ ਰਹੀ ਆ। ਹੁਣ ਆਪਾਂ ਆਵਾਂਗੇ प्रूविंग फर्दर। ठीक है, ये रट्टा लगा लो। ठीक है, चलिए आप कोई अगला वही सेम दी चीज़ करनी है। JAPAN जापान ओके, जापान there was a slight decline in the proportion of older people from 1940 to 1990। 1940 to 1990। ओके, इतने 1990 ला लो। ठीक है, 1940 to 1990 तक डन। ओके, हुण नैक्सट वन आपां इहदे विच की यूज़ करना है? इत्थे ला लो 2030। फिर आपां लिखांगे आफ्टर 1990 the figure will soar या will increase dramatically
dramatically from 2030 onwards and reached its ਤੁਹਾਨੂੰ ਸਮਝਾਣਾ peak in 2040। ਦੇਖੋ 2030 ਆਪਾਂ ਇਸ ਕਰਕੇ ਕੀ ਯੂਜ਼ ਕੀਤਾ will, ਫਿਊਚਰ ਦੀ ਗੱਲ ਆ ਗਈ ਨਾ ਤਾਂ ਫਿਗਰ will so dramatically from 2030 ਐਂਡ ਇਹਦੇ ਰੀਚ ਕਿਤੇ ਪੀਕ ਤੇ ਹੋ ਗਈ ਸੀ 2040। ਆ ਦੇਖੋ 2040 ਤੇ ਇੱਥੇ ਪੀਕ ਤੇ ਚੱਲ ਗਈ ਸੀ ਜਾਪਾਨ। ਪੀਕ ਜਿਹੜਾ ਮੈਂ ਤੁਹਾਨੂੰ ਲਿਖਾਇਆ ਪਹਿਲਾਂ ਪਿੱਛੇ ਜਿਹੜਾ ਲਿਖਾਇਆ ਨਾ, ਠੀਕ ਹੈ, ਔਨ ਇਟਸ ਸਪੀਡ ਇਨ 2040। ਅੱਗੇ ਦੇ ਲਾਸਟ ਦਾ ਆਪਾਂ ਜਿਹੜੇ ਨੂੰ ਖਤਮ ਕਰਨਾ ਆ। ਲਾਸਟਲੀ ਜਾਪਾਨ will become okay the country with most elderly people among the THREE nations and USA is the least। देखो ਜਿਹੜਾ ਮੈਂ ਆ ਲਿਖਿਆ ਨਾ ਲਾਈਨ ਆਪਾਂ ਲਾਸਟ ਵਿੱਚ ਲਿਖਿਆ ਹੈ ਮੋਸਟ ਆ ਦੇਖੋ ਲਾਸਟਲੀ, ਇਹ ਆਪਾਂ ਓਵਰਆਲ 'ਚ ਵੀ ਲਿਖ ਸਕਦੇ ਸੀਗੇ, ਠੀਕ ਹੈ। ਇਹਨੂੰ ਮੈਂ ਓਵਰਆਲ ਦੇ ਵਿੱਚ ਵੀ ਐਡ ਕਰ ਸਕਦਾ ਹਾਂ, ਠੀਕ ਹੈ। ਓਵਰਆਲ ਵਿੱਚ ਵੀ ਆਪਾਂ ਇਹਨੂੰ ਐਡ ਕਰ ਸਕਦੇ ਹਾਂ ਜਿਹੜੀ ਚੀਜ਼ ਨੂੰ, ਪਰ ਓਵਰਆਲ ਆਪਾਂ ਹੁਣ ਕੀ ਲਿਖਾਂਗੇ ਓਕੇ ਇਟ ਇਜ਼ ਰੱਟਾ ਲਾਣਾ ਆ ਵਿਵਿਡ ਦੈਟ, ਠੀਕ ਹੈ। ਹੁਣ ਓਕਾ ਕੀ ਲਿਖਾਂਗੇ ਠੀਕ ਹੈ। ਹੁਣ ਆਪਾਂ ਲਿਖਾਂਗੇ ਇਹਦੇ ਵਿੱਚ ਕੀ ਲਿਖਾਂਗੇ, ਦੇਖੋ ਸਾਫ਼ ਸਾਨੂੰ ਕੀ ਪਤਾ ਲੱਗਦਾ ਪਿਆ ਓਵਰਆਲ ਦੇ ਵਿੱਚ। ਇਟ ਇਜ਼ ਕਲੀਅਰਲੀ ਦੈਟ ਇਟ ਇਜ਼ ਵਿਵਿਡ ਦੈਟ ਕਹਿਤਾ ਦੀ proportion of population who age 65 year or above in the USA and Sweden increase ਹੋਈ ਸੀ 1940 ਤੋਂ ਲੈ ਕੇ 2040 ਤੱਕ with slight drop between ਹੋਇਆ ਸੀ slight drop between, whereas the Japan decreasing starting from 1940 to 1980, okay, a sharp rise in the number of elderly people in the country। ਫਿਰ ਕੀ ਹੋਇਆ ਸੀ before a sharp raise in the number of elderly people in the country, ਬਾਅਦ 'ਚ sharp raise ਹੋ ਗਈ ਸੀ, ਇੱਕਦਮ ਹੀ ਵੱਧ ਗਈ ਸੀ। ਇੱਧਰ ਘਟਣੀ ਸਟਾਰਟ ਹੋ ਗਈ, ਇੱਧਰ ਪਹਿਲਾਂ ਵਧੀ ਸੀ, ਇੱਧਰ ਪਹਿਲਾਂ ਘਟੀ, ਫਿਰ ਬਾਅਦ 'ਚ ਇੱਧਰੋਂ ਵਧਣੀ ਸਟਾਰਟ ਹੋ ਗਈ, ਉੱਧਰ ਘਟ ਗਈ। ਆਪਾਂ ਇਹਦੇ ਵਿੱਚ ਕਰ ਲਾਂਗੇ, ਠੀਕ ਆ। ਨਹੀਂ ਤਾਂ ਜੇ ਤੁਸੀਂ ਇਹ ਤੁਹਾਨੂੰ ਔਖਾ ਲੱਗਦਾ ਹੈ, ਪਰ ਮੈਂ ਲਿਖਾ ਦਿੰਦਾ, ਜੇ ਤੁਹਾਨੂੰ ਇਹ ਔਖਾ ਲੱਗਦਾ ਤੁਸੀਂ ਇਵੇਂ ਲਿਖ ਦੇਣਾ ਆ ਓਵਰਆਲ ਵਿੱਚ Japan will become the country that most elderly people among the 3 nation and USA is the least। ਇਹ ਤੁਸੀਂ ਇੱਥੇ ਲਿਖ ਦਿਓ, ਠੀਕ ਹੈ। ਇਹ ਚੀਜ਼ ਇੱਥੇ ਐਡ ਕਰ ਦਿਓ, ਡਨ। ਕੰਪੇਅਰ ਕਰਨਾ ਆ ਆਪਾਂ ਓਵਰਆਲ ਦੇ ਵਿੱਚ ਕਿ ਉਹਦੇ 'ਚ ਜ਼ਿਆਦਾ ਉਹਦੇ 'ਚ ਗਲਤ ਆ, ਨਹੀਂ ਤਾਂ ਆਪਾਂ ਇਹੀ ਜਿਹੜਾ ਮੈਂ ਤੁਹਾਨੂੰ ਅੱਗੇ ਲਿਖਾ ਰਿਹਾ ਉਹ ਤੁਸੀਂ ਇੱਦਾਂ ਲਿਖ ਸਕਦੇ ਆ ਵਿਦ ਦੈਟ ਦੀ PROP proportion of population who age 65 or above in the USA and Sweden increase from 1940 to 2040। बस इन्ना लिखना, ठीक है। उस तो की लिख देना वेयर एज कंपेयर कर देता दैट इन Japan DECREASES decreasing starting from 1940 to 1980। बस ये आप लिख दिता ओवरऑल दे विच ये चीज़ ऐड करती।
ਦੇਖੋ ਯਾਰ, ਮੈਂ ਤੁਹਾਡੇ ਸਾਰਿਆਂ ਲਈ ਇੰਨੀ ਮਿਹਨਤ ਕਰ ਰਿਹਾ ਆ ਤੇ ਮੇਰੀ ਮਿਹਨਤ ਨੂੰ ਜਾਇਆ ਨਾ ਕਰਿਓ। ਇੱਕ ਇੱਕ ਚੀਜ਼ ਤੁਹਾਨੂੰ ਬੱਚਿਆਂ ਵਾਂਗੂ ਸਮਝਾ ਰਿਹਾ ਆ, ਠੀਕ ਆ। ਤੇ ਇਹਦਾ ਰਿਜ਼ਲਟ ਵੀ ਮਿਲਣਾ ਚਾਹੀਦਾ ਆ। ਇਹ ਨਾ ਹੋਵੇ ਕਿ ਤੁਸੀਂ ਵੀਡੀਓ, ਮੈਨੂੰ ਪਤਾ ਤੁਸੀਂ ਅੱਧ 'ਚ ਦੇਖਦੇ ਹੋ, ਉਸ ਤੋਂ ਬਾਅਦ ਕਹਿੰਦੇ ਹੋ ਬੋਰਿੰਗ ਹੋ ਗਈ ਆ। ਦੇਖੋ ਯਾਰ, ਮੈਂ ਵੀ ਫ੍ਰੀ ਨਹੀਂ ਹੈਗਾ ਕਿ ਮੈਂ ਇੱਕ ਇੱਕ ਚੀਜ਼ ਤੁਹਾਨੂੰ ਇਹ ਇੰਸਟੀਟਿਊਟ ਵਿੱਚ ਵੀ ਤੁਹਾਨੂੰ ਕੋਈ ਬੱਚਿਆਂ ਵਾਂਗ ਹੀ ਨਹੀਂ ਸਮਝਾਊਗਾ, ਠੀਕ ਹੈ ਨਾ। ਬਾਕੀ ਚਲੋ, ਜਿਹੜੇ ਬੱਚੇ ਦਾ ਚਾਹੁੰਦੇ ਆ ਰੀਅਲੀ ਦੇ ਵਾਂਟ some children want their desire band and they have some ambition, so they need to cover this all topic, they need to understand, they need to read all this topic, because ਮੈਂ already ਤੁਹਾਨੂੰ ਹਰ ਇੱਕ ਕਨੈਕਟਰ, ਹਰ ਇੱਕ ਪੁਆਇੰਟ ਤੇ ਈਜ਼ੀ ਵੇ ਤੁਹਾਨੂੰ ਸਿਖਾ ਦਿੱਤਾ ਆ ਲਾਈਨ ਗ੍ਰਾਫ ਦਾ। ਇਹਦੇ 'ਚੋਂ ਤਾਂ ਬੈਂਡ ਆਉਣੇ ਚਾਹੀਦੇ ਆ ਯਾਰ। ਬੈਂਡ ਆ ਜਾਊਗੇ, ਤੁਹਾਡੀ ਟੈਨਸ਼ਨ ਨਾ ਲਓ, ਬਸ ਟ੍ਰਿਕ ਨੂੰ ਮੇਰੀ ਫੋਲੋ ਕਰੋ, ਆਪਣੇ ਇੰਸਟੀਟਿਊਟ ਨੂੰ ਵੀ ਫੋਲੋ ਕਰੋ, ਬਟ ਮੇਰੀ ਆਹ ਚੀਜ਼ਾਂ ਨੂੰ ਵੀ ਫੋਲੋ ਕਰੋ ਕਿ ਕਿਵੇਂ ਆਪਾਂ ਬਣਾਈਦਾ। ਚਲੋ ਗਾਈਜ਼, ਮਿਲਦੇ ਆ ਫਿਰ ਨੈਕਸਟ ਵੀਡੀਓ ਵਿੱਚ, ਉਹਦੇ ਆਪਾਂ ਬਾਰ ਗ੍ਰਾਫ ਲੈ ਕੇ ਆਵਾਂਗੇ। ਤਬ ਤੱਕ ਲਈ ਥੈਂਕ ਯੂ ਸੋ ਮਚ। ਇਵੇਂ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਜਾਣ ਤੋਂ ਪਹਿਲਾਂ, ਠੀਕ ਹੈ। ਤੇ ਸ਼ੇਅਰ ਜ਼ਰੂਰ ਕਰੋ ਆਪਣੇ ਫਰੈਂਡ ਦੇ ਨਾਲ, ਉਹਨਾਂ ਨੂੰ ਵੀ ਥੋੜੀ ਹੈਲਪ ਹੋ ਸਕੇ। ਤਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ। ਹੈਵ ਅ ਨਾਈਸ ਡੇ। ਥੈਂਕ ਯੂ ਗਾਈਜ਼, ਪੀਸ।